ਵਾਹਿਗੁਰੂ ਜੀ। ਰਾਮ ਕਲੀ ਬਾਣੀ ਰਵਿਦਾਸ ਜੀ ਕੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਪੜ੍ਹੀਐ ਗੁਣੀਐ ਨਾਮ ਸਭ ਸੁਣੀਐ। ਅਨ ਭਉ ਭਉ ਨਾ ਦਰਸੈ। ਲੋਹਾ ਕੰਚਨ ਹਿਰਨ ਹੋਈ ਕੈਸੀ। ਜਉ ਪਾਰਸੈ ਨਾ ਪਰਸੈ। ਦੇਵ ਸੰਸੈ ਗਾਂਠ ਨਾ ਛੂਟੈ। ਕਾਮ ਕ੍ਰੋਧ ਮਾਇਆ ਮਦ ਮਤਸਰ। ਇਨ ਪੰਚੋ ਮਿਲ ਲੁਟੇ ਰਹਾਉ। ਹਮ ਬਡ ਕਬ ਕੁਲੀਨ। ਹਮ ਪੰਡਿਤ ਹਮ ਜੋਗੀ ਸੰਨਿਆਸੀ। ਗਿਆਨੀ ਗੁਣੀ ਸੂਰ ਹਮ ਦਾਤੇ। ਏ ਬੁੱਧ ਕਵਹਿ ਨ ਨਾਸੀ। ਕਹੁ ਰਵਿਦਾਸ ਸਬੈ ਨਹੀਂ ਸਮਝਸ। ਫੂਲ ਪਰੇ ਜੈਸੀ ਬਉਰੈ। ਮੋਹਿ ਆਧਾਰ ਨਾਮ ਨਾਰਾਇਣ। ਜੀਵਨ ਪ੍ਰਾਨ ਧਨ ਮੇਰੇ। ਚਵਰ ਛਤਰ ਤਖਤ ਦੇ ਮਾਲਕ ਸਮੁੱਚੀ ਮਾਨਵਤਾ ਦੇ ਰਹਿਬਰ। ਬਾਲੀਏ ਕੁਲ ਆਲਮ ਦੋ ਜਹਾਨਾਂ ਦੇ ਬਾਲੀ। ਅੰਮ੍ਰਿਤ ਕੇ ਮਜਸਮੇ ਸੱਚ ਦੇ ਉਪਦੇਸ਼ਕ। ਅਨਾਥਾਂ ਦੇ ਨਾਥ ਸਤਿਗੁਰੂ ਗਰੀਬ ਨਿਵਾਜ ਗਿਆਨ ਕੇ ਸਾਗਰ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਪਾਤਸ਼ਾਹ ਦੀ ਹਜ਼ੂਰੀ ਅੰਦਰ ਸਵਾਈਮਾਨ ਇਕੱਤਰ ਹੋਏ ਸਤਸੰਗੀ ਜਨੋ ਵਡਭਾਗੀ ਹੋ। ਗੁਰ ਹਜ਼ੂਰੀ ਵਿੱਚ ਗੁਰ ਬਖਸ਼ੇ ਉਦਮ ਸਦਕਾ ਨੇਮ ਅਨੁਸਾਰ ਸੰਧਿਆ ਦੀ ਦੀਵਾਨ ਦੀਆਂ ਹਾਜ਼ਰੀਆਂ ਪਾਵਨ ਅਸਥਾਨ ਦੇ ਉੱਪਰ ਆਪ ਸਰਬਤ ਲਗਵਾ ਰਹੇ ਹੋ। ਗੁਰੂ ਸਵਾਰਿਆਂ ਦੀ ਰਸਨਾ ਤੋਂ ਗੁਰੂ ਕੀ ਕੀਰਤਨ ਦੇ ਰਾਹੀਂ ਸਰਵਣ ਕਰਕੇ ਆਪ ਸਭਨਾਂ ਨੇ ਲਾਹੇ ਪ੍ਰਾਪਤ ਕੀਤੇ ਹਨ। ਸਮੁੱਚੇ ਜੀਵਨ ਨੂੰ ਆਪ ਸਰਬੱਤ ਮਾਈ ਭਾਈ ਸਫਲ ਕਰਨ ਦਾ ਸਫਲ ਯਤਨ ਪੇ ਕਰ ਰਹੇ ਹੋ। ਆਓ ਜਿੱਥੇ ਗੁਰਸੰਗਤ ਵਿੱਚ ਵੱਡਿਆਂ ਭਾਗਾਂ ਦੇ ਨਾਲ ਗੁਰਸੰਗਤ ਵਿੱਚ ਪਹੁੰਚੇ ਹੋ। ਵਡਭਾਗੀ ਹਰ ਸੰਗਤ ਪਾਵੇ ਭਾਗਹੀਨ ਭਰਮ ਚੋਟਾਂ ਖਾਵੇ। ਗੁਰ ਹਜ਼ੂਰੀ ਵਿੱਚ ਬੈਠੇ ਹੋ। ਆਓ ਸਮਾਂ ਹੋਇਆ ਹੈ ਪਾਵਨ ਅਸਥਾਨ ਦੇ ਉੱਪਰ ਚੱਲ ਰਹੀ ਲੜੀਵਾਰ ਸਤਿਗੁਰੂ ਕੀ ਮੁਬਾਰਕ ਬਾਣੀ ਭਗਤ ਰਵਿਦਾਸ ਜੀ ਉਹਨਾਂ ਦੇ ਦੁਆਰਾ ਉਚਾਰਨ ਕੀਤੇ ਹੋਏ ਜੋ 16 ਰਾਗਾਂ ਦੇ ਵਿੱਚ ਉਹਨਾਂ ਦੇ ਸ਼ਬਦ ਨੇ। ਆਪਾਂ ਨਿਤ ਰੋਜ਼ ਇੱਕ ਸ਼ਬਦ ਉਹਨਾਂ ਦਾ ਵਿਚਾਰਦੇ ਆ ਰਹੇ ਹਾਂ। ਕੱਲ੍ਹ ਰੋਜ਼ ਤੱਕ ਜੋ ਸ਼ਬਦ ਵਿਚਾਰੇ ਹਨ, ਅੱਜ ਉਹਨਾਂ ਸ਼ਬਦਾਂ ਤੋਂ ਅਗਲੇਰਾ ਸ਼ਬਦ ਰਾਮ ਕਲੀ ਰਾਗ ਦੇ ਵਿੱਚ ਜੋ ਭਗਤ ਜੀ ਦਾ ਦਰਜ ਹੈ। ਪਾਵਨ ਅੰਗ 973 ਔਰ 74 ਦੇ ਉੱਪਰ ਇਹ ਮੁਬਾਰਕ ਸ਼ਬਦ ਸਵਾਈਮਾਨ ਹੈ। ਆਓ ਇਸ ਮੁਬਾਰਕ ਸ਼ਬਦ ਦਾ ਮੂਲ ਪਾਠ ਜਿੱਥੇ ਆਪ ਜੀ ਨੇ ਹੁਣੇ ਸਰਵਣ ਕੀਤਾ ਇਹਦੀ ਵਿਚਾਰ ਨਾਲ ਜੁੜੀਏ। ਪਾਵਨ ਗੁਰਬਚਨ ਵਿਚਾਰਨ ਤੋਂ ਪਹਿਲਾਂ ਗੁਰ ਮਰਿਆਦਾ ਅਨੁਸਾਰ ਗੁਰਬਖਸ਼ੀ ਫਤਿਹ ਪ੍ਰਵਾਨ ਕਰੋ। ਬਖਸ਼ੋ ਅਸੀਸ ਬੁਲਾਓ ਫਤਿਹ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਸੰਸਾਰ ਦੀ ਗੱਲ ਜਦੋਂ ਗੁਰੂ ਕੇ ਬਚਨਾਂ ਦੇ ਵਿੱਚ ਕੀਤੀ ਜਾਂਦੀ ਹੈ, ਜਿੱਥੇ ਇਹਨੂੰ ਹਰੀ ਦਾ ਬਾਗ ਕਿਹਾ, ਸੱਚੇ ਦੀ ਕੋਠੜੀ ਕਿਹਾ, ਉੱਥੇ ਇਹ ਜ਼ਿਕਰ ਕੀਤਾ ਇਹਦੇ ਵਿੱਚ ਰਹਿਣ ਵਾਲੇ ਲੋਕ ਨਾਨਕ ਦੁਖੀਆ ਸਭ ਸੰਸਾਰ। ਤੇ ਉਹਨਾਂ ਦੇ ਦੁਖੀ ਹੋਣ ਦਾ ਕਾਰਨ ਕੀ ਹੈ? ਮਨ ਵਿੱਚ ਪੈਦਾ ਹੋਏ ਸ਼ੰਕੇ। ਸ਼ੰਕੇ ਜਿਹੜੇ ਨੇ, ਦੁਬਿਧਾਵਾਂ ਜਿਹੜੀਆਂ ਨੇ, ਭਰਮ ਜਿਹੜੇ ਨੇ, ਸੰਸ਼ੇ ਜਿਹੜੇ ਨੇ, ਜਿਹੜੇ ਇਹ ਪੈਦਾ ਹੋਏ, ਇਹਨਾਂ ਪੈਦਾ ਕੀਤੇ ਹੋਏ ਸ਼ੰਕਿਆਂ ਤੋਂ ਨਿਵਰਤ ਨਹੀਂ ਹੋ ਰਹੇ, ਇਸ ਕਰਕੇ ਇਨਸਾਨ ਦੁਖੀ ਹੈ। ਇਹਨਾਂ ਸ਼ੰਕਿਆਂ ਤੋਂ ਨਿਵਰਤੀ ਦੇ ਲਈ ਕੁਝ ਬਚਨ ਸਾਹਿਬ ਨੇ ਅੱਜ ਦੇ ਸ਼ਬਦ ਵਿੱਚ ਕੀਤੇ ਆ। ਇਸ ਮੁਬਾਰਕ ਸ਼ਬਦ ਦਾ ਜੋ ਸਿਰਲੇਖ ਹੈ ਉਹਦੇ ਵਿੱਚ ਇਹ ਦਰਜ ਹੈ, ਰਾਮਕਲੀ ਬਾਣੀ ਰਵਿਦਾਸ ਜੀ ਕੀ। ਰਾਗ ਦਾ ਨਾਮ ਹੈ ਰਾਮਕਲੀ ਔਰ ਇਹ ਸ਼ਬਦ ਭਗਤ ਰਵਿਦਾਸ ਜੀ ਦਾ ਉਚਾਰਨ ਕੀਤਾ ਹੋਇਆ ਵਾ। ਇੱਕੋ ਸ਼ਬਦ ਹੈ ਇਹਦੇ ਵਿੱਚ ਭਗਤ ਜੀ ਦਾ। ਸੰਖੇਪ ਦੇ ਵਿੱਚ ਮੂਲ ਮੰਤਰ ਸਾਹਿਬ ਨੇ ਦਰਜ ਕੀਤਾ, ਇੱਕ ਓੰਕਾਰ ਸਤ ਗੁਰ ਪ੍ਰਸਾਦ। ਪਰਮੇਸ਼ਰ ਉਹ ਸੱਤਾ ਇੱਕ ਹੈ ਜੋ ਸਭਨਾਂ ਨੂੰ ਪਾਲ ਰਹੀ ਹੈ, ਸਭਨਾਂ ਨੂੰ ਜਨਮ ਦੇ ਰਹੀ ਹੈ, ਸਭਨਾਂ ਨੂੰ ਲੈ ਕੇ ਜਾ ਰਹੀ ਹੈ ਔਰ ਜਿਹਦੀ ਹੋਂਦ ਸਦੀਵੀ ਹੈ, ਜੋ ਨਾਸ਼ ਨਹੀਂ ਕਦੇ ਹੋ ਸਕਦੀ, ਉਹ ਵਿਨਾਸ਼ ਨਹੀਂ ਹੋ ਸਕਦਾ ਕਦੇ। ਔਰ ਗੁਰੂ ਦੀ ਕਿਰਪਾ ਦੇ ਨਾਲ ਬੰਦਿਆ ਉਹਦੇ ਨਾਲ ਤੇਰੀ ਸਾਂਝ ਪੈ ਸਕਦੀ ਹੈ। ਉਹ ਸੱਤਾ ਦੇ ਨਾਲ ਜਿਹੜੀ ਸਭਨਾਂ ਨੂੰ ਆਪਣੀ ਨਿਗਾਹ ਦੇ ਹੇਠ ਰੱਖਦਾ ਵਾ, ਉਹਦੇ ਨਾਲ ਸਾਂਝ ਗੁਰੂ ਦੀ ਕਿਰਪਾ ਦੇ ਨਾਲ ਪਵੇਗੀ। ਔਰ ਇਸ ਸਾਂਝ ਤੋਂ ਇਨਸਾਨ ਬਾਗੀ ਤਾਂ ਹੈ ਕਿਉਂਕਿ ਮਨ ਵਿੱਚ ਸ਼ੰਕੇ ਬੜੇ ਨੇ, ਦੁਬਿਧਾਵਾਂ ਬੜੀਆਂ ਨੇ, ਭਰਮ ਬੜੇ ਨੇ। ਇਹਨਾਂ ਭਰਮ ਭੁਲੇਖਿਆਂ ਤੋਂ ਇਹਦੀ ਨਿਵਰਤੀ ਨਹੀਂ ਜੇ ਹੋ ਰਹੀ। ਸਾਹਿਬ ਨੇ ਅੱਜ ਦੇ ਸ਼ਬਦ ਵਿੱਚ ਇੱਕ ਵਚਨ ਇਹ ਦਰਜ ਕੀਤੇ। ਭਗਤ ਜੀ ਕਹਿ ਰਹੇ ਨੇ, ਸਾਹਿਬ ਨੇ ਆਖਿਆ, ਭਗਤ ਜੀ ਨੇ, ਦੇਵ ਸੰਸੈ ਗਾਂਠ ਨਾ ਛੂਟੈ। ਦੇਵ ਪਰਮੇਸ਼ਰ ਨੂੰ ਕਿਹਾ ਵਾ, ਜਿਹਦੇ ਪਾਸ ਹਰ ਸੱਤਾ ਹੈ, ਹਰ ਤਾਕਤ ਹੈ। ਪਰਮੇਸ਼ਰ ਨੂੰ ਸੰਬੋਧਨ ਕਰਕੇ ਕਹਿ ਰਹੇ ਨੇ ਵੀ ਇਹ ਜਿਹੜਾ ਸੰਸਾਰ ਹੈ, ਸੰਸੈ ਗਾਂਠ ਨਾ ਛੂਟੈ। ਇਹ ਸ਼ੰਕਿਆਂ ਦੀ ਪੰਡ ਚੁੱਕ ਕੇ ਸੰਸਾਰ ਵਿੱਚ ਇਹ ਲੋਕ ਤੁਰੇ ਫਿਰਦੇ ਹੈ। ਗਾਂਠ ਨਾ ਛੁੱਟੈ, ਇਹਦੇ ਤੋਂ ਇਨਸਾਨ ਛੁੱਟ ਨਹੀਂ ਰਹੇ। ਜਿਵੇਂ ਆਪਾਂ ਨਾ ਕਈ ਚੀਜ਼ਾਂ ਨੂੰ ਇੱਕ ਜਗ੍ਹਾ 'ਤੇ ਇਕੱਠੀਆਂ ਕਰੀ ਜਾਈਏ ਪਰ ਵਰਤੀਏ ਵੀ ਨਾ, ਔਰ ਉਹਨਾਂ ਨੂੰ ਜਿਹੜਾ ਹੈ ਬਾਹਰ ਕੱਢਣ ਦਾ ਯਤਨ ਵੀ ਨਾ ਕਰੀਏ। ਇੱਕ ਜਗ੍ਹਾ 'ਤੇ ਇੱਕ ਇਕੱਠ ਦੇ ਰੂਪ ਵਿੱਚ ਇਕੱਠੀਆਂ ਕਰ ਲਈਏ, ਉਹ ਇੱਕ ਪੰਡ ਦਾ ਰੂਪ ਬਣ ਜਾਂਦੀਆਂ ਨੇ। ਅਤੇ ਇੱਕ ਜ਼ਿਕਰ ਗੁਰੂ ਕੇ ਬਚਨਾਂ ਦੇ ਵਿੱਚ ਇੱਦਾਂ ਵੀ ਆਉਂਦਾ ਵਾ ਵੀ ਇਨਸਾਨ ਦੀਆਂ ਦੁੱਖਾਂ ਦੀਆਂ ਪੰਡਾਂ ਜਿਹੜੀਆਂ ਨੇ ਬੜੀਆਂ ਵੱਡੀਆਂ ਹੋ ਚੁੱਕੀਆਂ ਨੇ। ਅਤੇ ਜਿਹੜਾ ਵੀ ਇਨਸਾਨ ਆਪਣਾ ਦੁੱਖ ਦੂਜੇ ਨੂੰ ਦੱਸਦਾ ਵਾ ਅਤੇ ਉਹ ਆਪਣੇ ਦੁੱਖ ਦੀ ਪੰਡ ਖੋਲ੍ਹ ਕੇ ਬਹਿ ਜਾਂਦਾ ਵਾ। ਆਪਣੇ ਦੁੱਖ ਦੀ ਪੰਡ ਖੋਲ੍ਹ ਕੇ ਬਹਿ ਜਾਂਦਾ ਵੀ ਮੇਰੇ ਕੋਲ ਵੀ ਹੈ, ਮੇਰੇ ਕੋਲ ਕਮੀ ਨਹੀਂ ਹੈ ਦੁੱਖਾਂ ਦੀ ਕੋਈ, ਮੇਰੇ ਕੋਲ ਵੀ ਨਹੀਂ ਦੁੱਖ। ਜੇ ਤੂੰ ਆਪਣੇ ਸਹਿਮ, ਆਪਣੇ ਸ਼ੰਕੇ, ਆਪਣੇ ਦੁੱਖ ਮੈਨੂੰ ਦੱਸ ਰਿਹਾ ਵਾ ਨਾ, ਮੇਰੇ ਕੋਲ ਵੀ ਬੜੇ ਨੇ, ਮੇਰੇ ਕੋਲ ਵੀ ਪੰਡਾਂ ਬੰਨੀਆਂ ਪਈਆਂ ਨੇ। ਔਰ ਭਗਤ ਜੀ ਕਹਿ ਰਹੇ ਨੇ ਇਹਨਾਂ ਸ਼ੰਕਿਆਂ ਦੀਆਂ ਗੰਢਾਂ ਤੋਂ ਇਨਸਾਨ ਜਿਹੜਾ ਹੈ ਉਹ ਨਿਵਰਤ ਨਹੀਂ ਜੇ ਹੋ ਰਿਹਾ। ਇਹਨਾਂ ਸ਼ੰਕਿਆਂ ਤੋਂ ਇਨਸਾਨ ਆਪਣੇ ਆਪ ਦਾ ਬਚਾਅ ਨਹੀਂ ਜੇ ਕਰਵਾ ਪਾ ਰਿਹਾ, ਇਹਨਾਂ ਸ਼ੰਕਿਆਂ ਤੋਂ ਬਚ ਨਹੀਂ ਰਿਹਾ। ਸ਼ੰਕਾ ਤਾਂ ਇੱਕ ਬੜਾ ਮਾੜਾ ਹੁੰਦਾ ਵਾ, ਅਤੇ ਇੱਥੇ ਤਾਂ ਪੰਡਾਂ ਦੀ ਗੱਲ ਕੀਤੀ ਹੈ ਭਗਤ ਜੀ ਨੇ। ਇੱਕ ਸ਼ੰਕਾ ਵੀ ਮਨ ਵਿੱਚ ਪੈਦਾ ਹੋ ਜਾਵੇ ਨਾ, ਉਹਨੂੰ ਸਦੀਆਂ ਲੰਘ ਜਾਂਦੀਆਂ ਨੇ ਬਾਹਰ ਕੱਢਣ ਦੇ ਲਈ। ਸ਼ੰਕਾ ਮਨ ਵਿੱਚ, ਸ਼ੰਕਾ, ਦੁਬਿਧਾ, ਭਰਮ, ਭੁਲੇਖਾ, ਬੇਚੈਨੀ, ਡਿਪਰੈਸ਼ਨ, ਇਹਨੂੰ ਸ਼ੰਕਾ ਕਿਹਾ ਗਿਆ ਵਾ। ਅਤੇ ਅਕਸਰ ਸ਼ੰਕੇ ਉਹਨਾਂ ਦੇ ਜੀਵਨ ਵਿੱਚ ਬਹੁਤੇ ਨੇ ਜਿਹੜੇ ਸਦਾ ਆਪਣੇ ਜੀਵਨ ਵਿੱਚ ਪਾਪ ਕਰਮ ਕਰਦੇ ਹੈ। ਉਹਨਾਂ ਦੇ ਜੀਵਨ 'ਚ ਬੜੇ ਸ਼ੰਕੇ ਹੋਇਆ ਕਰਦੇ ਨੇ, ਬੇਚੈਨੀ ਦੇ ਵਿੱਚ ਉਹ ਜੀਵਨ ਬਤੀਤ ਕਰਦੇ ਨੇ, ਬੇਚੈਨੀ ਵਿੱਚ ਬੇਚੈਨ ਰਹਿੰਦੇ ਨੇ। ਚਿੰਤਾਵਾਂ ਉਹਨਾਂ ਦੇ ਵਿਹੜੇ ਦਸਤਕ ਦਿੰਦੀਆਂ ਨੇ, ਉਹਨਾਂ ਦੇ ਘਰ, ਉਹਨਾਂ ਦੇ ਹਿਰਦੇ, ਉਹਨਾਂ ਦੇ ਮਨ ਵਿੱਚ ਚਿੰਤਾਵਾਂ ਨੇ
ਜਿਹੜੇ ਸਾਹਿਬ ਕਿਹਾ ਬੇਚੈਨੀ ਉਹਨਾਂ ਦੇ ਜੀਵਨ 'ਚ ਜਿਹੜੇ ਪਾਪ ਕਰਮ ਮਾੜੇ ਕਰਮ ਕਰਦੇ ਹੈ। ਹੁਣ ਇੱਕ ਪਾਸੇ ਤਾਂ ਸਮੇਂ ਦਾ ਹਾਕਮ ਬਾਦਸ਼ਾਹ ਬਹਾਦਰ ਸ਼ਾਹ ਹੈ ਤੇ ਇੱਕ ਔਰੰਗਜ਼ੇਬ ਹੈ, ਤੇ ਇੱਧਰੋਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ। ਹੁਣ ਬਹਾਦਰ ਸ਼ਾਹ ਨੂੰ ਔਰੰਗਜ਼ੇਬ ਭਾਵਾਂ ਭੇਜਦਾ ਵਾ, ਜਦੋਂ ਬੰਦਾ ਸਿੰਘ ਬਹਾਦਰ ਉਹਦੇ ਨਾਲ ਦੋ ਦੋ ਹੱਥ ਕਰਨ ਦੇ ਲਈ ਬੰਦਾ ਸਿੰਘ ਬਹਾਦਰ ਦੇ ਲਈ ਬਹਾਦਰ ਸ਼ਾਹ ਨੂੰ ਭੇਜਿਆ ਗਿਆ। ਇਹ ਇਨਸਾਨ ਜਿਹੜਾ ਵਾ ਬੜੇ ਇਲਾਕਿਆਂ ਦੇ ਵਿੱਚ ਬੜੇ ਤਰ੍ਹਾਂ ਦੀ ਤਬਾਹੀ ਮਚਾ ਕੇ ਅੱਗੇ ਵੱਧਦਾ ਪਿਆ। ਨਾਲ ਦੀ ਨਾਲ ਇਹਦੇ ਮਨ ਦੇ ਵਿੱਚ ਬੇਚੈਨੀ ਵੀ ਬੜੀ ਵੱਧ ਰਹੀ ਹੈ। ਰਾਤ ਨੂੰ ਜੰਗਲਾਂ ਦੇ ਵਿੱਚ ਜਦੋਂ ਹਵਾਵਾਂ ਦੇ ਨਾਲ ਇਹਦੇ ਸ਼ਾਮਿਆਨੇ, ਜਦੋਂ ਨਾ ਤੰਬੂਆਂ ਦੇ ਸ਼ਾਮਿਆਨੇ ਜਿਹੜੇ ਇਹ ਹਿੱਲਦੇ ਨੇ ਨਾ ਹਵਾ ਦੇ ਨਾਲ, ਇਹ ਬੇਚੈਨ ਹੋ ਕੇ ਇੱਕੋ ਦਮ ਉੱਠਦਾ ਵਾ ਵੀ ਕਿਤੇ ਸਿੰਘ ਤਾਂ ਨਹੀਂ ਆ ਗਏ, ਸਿੱਖ ਤਾਂ ਨਹੀਂ ਆ ਗਏ। ਬੇਚੈਨੀ ਹੈ, ਸਹਿਮਿਆ ਹੋਇਆ ਵਾ, ਡਰ ਹੈ। ਕਾਰਨ ਡਰ ਦਾ ਕੀ ਹੈ ਜੀ? ਪਾਪ ਕਰਮ ਮਾੜੇ ਕਰਮ ਡਰ ਪੈਦਾ ਕਰ ਰਹੇ ਨੇ, ਮਨ 'ਚ ਸ਼ੰਕੇ ਪੈਦਾ ਕਰ ਰਹੇ ਨੇ। ਸ਼ੰਕੇ ਵੀ ਇਨਸਾਨ ਦੇ ਜੀਵਨ ਵਿੱਚ ਕਈ ਪ੍ਰਕਾਰ ਦੇ ਨੇ। ਕੋਈ ਧਰਮ ਨੂੰ ਲੈ ਕੇ ਸ਼ੰਕੇ ਪਾਲੀ ਬੈਠਾ ਵਾ, ਕੋਈ ਧਰਮ ਨੂੰ ਲੈ ਕੇ ਮਨ ਵਿੱਚ ਸ਼ੰਕੇ ਪੈਦਾ ਕਰੀ ਬੈਠਾ ਵਾ, ਕੋਈ ਆਪਣੇ ਜੀਵਨ ਨੂੰ ਲੈ ਕੇ ਮਨ ਵਿੱਚ ਸ਼ੰਕੇ ਪੈਦਾ ਕਰੀ ਬੈਠਾ, ਦੁਨਿਆਵੀ ਮਾਇਕ ਪਦਾਰਥਾਂ ਨੂੰ ਲੈ ਕੇ ਕੋਈ ਸ਼ੰਕੇ ਖੜੇ ਕਰੀ ਫਿਰਦਾ, ਤੇ ਕੋਈ ਆਤਮਿਕ ਤੌਰ 'ਤੇ ਵੀ ਸ਼ੰਕਿਆਂ ਦੇ ਨਾਲ ਭਰਿਆ ਹੋਇਆ ਵਾ। ਤੇ ਭਗਤ ਜੀ ਕਹਿ ਰਹੇ ਨੇ, ਇਹ ਕਿਵੇਂ ਛੁੱਟ ਸਕਦਾ ਇਨਸਾਨ ਇਹਨਾਂ ਸ਼ੰਕਿਆਂ ਤੋਂ? ਇਹਦੀ ਨਿਵਰਤੀ ਕਿਵੇਂ ਹੋ ਸਕਦੀ ਹੈ? ਤੇ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਨੇ, ਭਾਵਾਂ ਸ਼ੰਕਿਆਂ ਦਾ ਘਰ ਸੰਸਾਰ ਹੈ, ਤੇ ਇਹਨਾਂ ਸ਼ੰਕਿਆਂ ਤੋਂ ਨਿਵਰਤੀ ਸੱਜਣਾ ਤੇਰੀ ਗੁਰੂ ਕਰਵਾਏਗਾ। ਜਦੋਂ ਗੁਰੂ ਨੂੰ ਮਿਲ ਕੇ ਆਪਣੇ ਜੀਵਨ ਦੇ ਢੰਗ ਨੂੰ ਸੋਹਣਾ ਕਰ ਲਏਗਾ, ਜੀਵਨ 'ਚ ਬੇਚੈਨੀ ਨਹੀਂ ਹੋਵੇਗੀ, ਜੀਵਨ 'ਚ ਡਿਪਰੈਸ਼ਨ ਨਹੀਂ ਹੋਵੇਗਾ, ਜੀਵਨ 'ਚ ਉਹ ਰੋਗ ਜਿਹੜੇ ਤੈਨੂੰ ਨਿੱਤ ਬਰਬਾਦ ਕਰਦੇ ਨੇ, ਜਿਨ੍ਹਾਂ ਦਾ ਜ਼ਿਕਰ ਇਸ ਸ਼ਬਦ ਵਿੱਚ ਆਉਣਾ ਵਾ, 5 ਵਿਕਾਰ ਕਾਮ ਕ੍ਰੋਧ ਲੋਭ ਮੋਹ ਹੰਕਾਰ, ਜਿਹੜੇ ਇਨਸਾਨ ਦੇ ਆਤਮਿਕ ਜੀਵਨ ਨੂੰ, ਆਤਮਿਕ ਖਜ਼ਾਨੇ ਨੂੰ ਨਿੱਤ ਲੁੱਟਦੇ ਪਏ ਨੇ। ਪਾਤਸ਼ਾਹ ਨੇ ਕਿਹਾ ਉਹ ਜਿਹੜੇ ਨੇ ਉਦੋਂ ਹਾਵੀ ਹੁੰਦੇ ਨੇ ਜਦੋਂ ਇਨਸਾਨ ਪਾਪ ਕਰਮ ਕਰਦਾ ਵਾ। ਸ਼ੰਕੇ ਇਹਦੇ ਜੀਵਨ 'ਚ ਨੇ, ਬੇਚੈਨੀ ਉਹਦੇ ਜੀਵਨ 'ਚ। ਔਰੰਗਜ਼ੇਬ ਸਮੇਂ ਦਾ ਹਾਕਮ ਹੈ, ਔਰੰਗਜ਼ੇਬ। ਔਰ ਇਹ ਔਰੰਗਜ਼ੇਬ ਇੱਕ ਜ਼ਫਰਨਾਮਾ ਪੜ੍ਹ ਕੇ ਵੀ ਬੜਾ ਬੇਚੈਨ ਹੋਇਆ। ਬੇਚੈਨੀ ਉਹਦੇ ਹਿਰਦੇ 'ਚ ਪ੍ਰਵੇਸ਼ ਕਰ ਗਈ, ਉਹਦੇ ਮਨ ਵਿੱਚ ਘਰ ਕਰ ਗਈ ਬੇਚੈਨੀ। ਡਰਦਾ ਪਿਆ, ਉਹ ਹਾਕਮ ਹੈ ਪਰ ਫਿਰ ਵੀ ਡਰ ਰਿਹਾ। ਕਾਰਨ ਉਹਨੇ ਕੰਮ ਹੀ ਇੱਦਾਂ ਦੇ ਕੀਤੇ ਨੇ। ਪਿਤਾ ਦਾ ਕਾਤਲ ਔਰੰਗਜ਼ੇਬ ਹੈ, ਤਾਂ ਕਰਕੇ ਬੇਚੈਨ ਹੈ। ਤੇ ਅੱਜ ਦੇ ਸਮੇਂ ਦੇ ਹਾਕਮ ਵੀ ਜੇ ਦੇਖੀਏ ਨਾ, ਬੜੇ ਬੇਚੈਨ ਹੋ ਚੁੱਕੇ ਨੇ ਜੀ। ਅੱਜ ਦੇ ਸਮੇਂ ਦੇ ਹਾਕਮ, ਜਿਹਨੂੰ ਸਮੇਂ ਦੀਆਂ ਅਸੀਂ ਸਰਕਾਰਾਂ ਕਹਿੰਦੇ ਹਾਂ, ਇਹ ਵੀ ਬੜੀਆਂ ਬੇਚੈਨ ਹੋ ਚੁੱਕੀਆਂ ਨੇ। ਕਾਰਨ ਇਹਨਾਂ ਦੇ ਕੰਮ ਸਿੱਧੇ ਨਹੀਂ ਹੈ, ਇਹਨਾਂ ਦੇ ਕੰਮ ਬੜੇ ਭੈੜੇ ਤੇ ਅਵੈਲੇ ਨੇ, ਤਾਂ ਕਰਕੇ ਇਹ ਬੇਚੈਨ ਹੋ ਚੁੱਕੇ ਨੇ, ਡਰਦੇ ਪਏ ਨੇ। ਜੇ ਕੰਮ ਚੰਗੇ ਕੀਤੇ ਹੋਣ ਤਾਂ ਡਰ ਕਿਸ ਚੀਜ਼ ਦਾ ਜੀ? ਕਿਸੇ ਚੀਜ਼ ਦਾ ਡਰ ਨਹੀਂ। ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਪਰ ਸਿੰਘਾਂ ਦੇ ਨਾਲ ਰਹਿ ਰਹੇ ਨੇ, ਪਰਿਵਾਰ ਦੇ ਨਾਲ ਰਹਿ ਰਹੇ ਨੇ। ਡਰ ਸਹਿਮ ਕੋਈ ਨਹੀਂ ਹੈ। ਕਾਰਨ ਉਹ ਸੱਚ ਦੇ ਰਾਹ 'ਤੇ ਤੁਰਨ ਵਾਲੇ, ਸੱਚ ਦੇ ਰਾਹ ਦੇ ਪਾਂਧੀ ਨੇ। ਇਸ ਕਰਕੇ ਬੇਚੈਨ ਨਹੀਂ, ਉਹਨਾਂ ਦਾ ਜੀਵਨ ਆਨੰਦ ਵਿੱਚ ਹੈ। ਮੀਰ ਮੰਨੂ ਦੀਆਂ ਜੇਲ੍ਹਾਂ ਦੇ ਵਿੱਚ ਜ਼ਕਰੀਆ ਖਾਂ ਇਹ ਗੱਲ ਕਹਿ ਰਿਹਾ ਵੀ ਸਿੱਖ ਖਤਮ ਕਰ ਦੇਣੇ ਹੈ, ਪਰ ਜੰਗਲ ਦੇ ਵਿੱਚ ਖਲੋ ਕੇ ਬੋਤਾ ਸਿੰਘ, ਗਰਜਾ ਸਿੰਘ, ਇਹ ਗੱਲ ਕਹਿ ਦਿੱਤੀ ਗਈ ਵੀ ਸਿੱਖ ਜਿੱਥੇ ਮਿਲਦੇ ਨੇ ਨਾ, ਜਿਹੜਾ ਸਿਰ ਵੱਢ ਕੇ ਲੈ ਕੇ ਆਵੇਗਾ ਉਹਨੂੰ ਆਹ ਇਨਾਮ ਦਿੱਤਾ ਜਾਵੇਗਾ, ਜਿਹੜਾ ਜਿਉਂਦੇ ਨੂੰ ਫੜ ਕੇ ਲੈ ਕੇ ਆਵੇਗਾ ਉਹਨੂੰ ਆਹ ਇਨਾਮ ਦੇ ਦਿੱਤਾ ਜਾਵੇਗਾ। ਇਨਾਮ ਜਿਹੜੇ ਨੇ ਉਹ ਰੱਖ ਦਿੱਤੇ ਗਏ ਸਿੰਘਾਂ ਦੇ ਉੱਪਰ, ਵੀ ਜਿਹੜਾ ਸਿੰਘ ਜਿਉਂਦੇ ਨੂੰ ਜਾਂ ਗਲ ਵੱਢ ਕੇ ਮਾਰ ਕੇ ਲੈ ਕੇ ਆਵੇਗਾ ਉਹਨੂੰ ਆ ਇਨਾਮ ਦਿੱਤੇ ਜਾਣਗੇ, ਇਨਾਮ ਨਿਯਤ ਕਰ ਦਿੱਤੇ ਗਏ। ਉਹਨਾਂ ਸਮਿਆਂ ਦੇ ਵਿੱਚ ਵੀ ਬਾਬਾ ਬੋਤਾ ਸਿੰਘ, ਬਾਬਾ ਗਰਜਾ ਸਿੰਘ ਜੀ, ਇਹਨਾਂ ਗੁਰੂ ਕੇ ਪਿਆਰਿਆਂ ਨੇ ਆਪਣਾ ਰਾਜ ਕਾਇਮ ਕਰ ਦਿੱਤਾ। ਤੇ ਕੋਈ ਛੇਤੀ ਜਾ ਕੇ ਜਿਹੜਾ ਹੈ
ਸਮੇਂ ਦੇ ਹਾਕਮ ਨੂੰ ਦੱਸ ਨਹੀਂ ਸੀ ਸਕਿਆ ਵੀ ਸਿੰਘਾਂ ਨੇ ਆਪਣਾ ਰਾਜ ਕਾਇਮ ਕਰ ਲਿਆ, ਕਿਉਂਕਿ ਉਹ ਬੇਚੈਨ ਸਨ, ਇਹ ਆਨੰਦ ਵਿੱਚ ਸਨ, ਸ਼ੰਕੇ ਨਹੀਂ ਸੀ ਇਹਨਾਂ ਦੇ ਜੀਵਨ 'ਚ। ਇਹ ਉਸ ਗੁਰੂ ਨਾਲ ਜੁੜੇ ਹੋਏ ਸਨ ਜਿਸ ਗੁਰੂ ਨੇ ਦਿਲ ਔਰ ਮਨ ਵਿੱਚੋਂ, ਹਿਰਦੇ ਵਿੱਚੋਂ, ਜੀਵਨ ਵਿੱਚੋਂ ਸ਼ੰਕੇ ਦੂਰ ਕੀਤੇ ਹੋਏ ਸਨ। ਭਗਤ ਰਵਿਦਾਸ ਜੀ ਕਹਿ ਰਹੇ ਨੇ, ਸੰਸਾਰ ਦੇ ਲੋਕ ਜਿਹੜੇ ਨੇ ਨਾ, ਸ਼ੰਕਿਆਂ ਦੀਆਂ ਗੰਢਾਂ ਬੰਨ੍ਹ ਕੇ ਤੁਰੇ ਫਿਰਦੇ ਨੇ। ਕਿਵੇਂ ਛੁੱਟਣ ਇਹਨਾਂ ਗੰਢਾਂ ਤੋਂ? ਦੇਵ ਸੰਸੈ ਗਾਂਠ ਨ ਛੂਟੈ, ਕਾਮ ਕ੍ਰੋਧ ਮਾਇਆ ਮਦ ਮਤਸਰ, ਇਨ ਪੰਚੋ ਮਿਲ ਲੁੱਟਾਂ। ਭਗਤ ਜੀ ਕਹਿ ਰਹੇ ਨੇ, ਕਾਮ ਦੇ ਵਿੱਚ ਲੁਕਾਈ ਗਲਤਾਨ ਹੈ, ਲਵਰੇਜ਼ ਹੈ। ਕਾਮ ਦੇ ਵਿੱਚ, ਕ੍ਰੋਧ ਦੇ ਵਿੱਚ, ਮਾਇਕ ਪਦਾਰਥਾਂ ਦੇ ਵਿੱਚ। ਕਾਮ, ਕ੍ਰੋਧ, ਮਾਇਆ, ਮਦ ਮਤਸਰ। ਮਦ ਤੋਂ ਭਾਵ ਉਹ ਨਸ਼ੀਲੇ ਪਦਾਰਥ ਪੀ ਰਹੇ ਨੇ ਜਿਹੜੇ ਇਹਨਾਂ ਦੀ ਸਿਹਤ ਦੇ ਲਈ ਹਾਨੀਕਾਰਕ ਨੇ। ਮਤਸਰ, ਮਸਤੇ ਹੋਏ ਤੁਰੇ ਫਿਰਦੇ ਨੇ। ਕਾਮ, ਕ੍ਰੋਧ, ਮਾਇਆ, ਮਦ ਮਤਸਰ, ਇਨ ਪੰਚੋ ਮਿਲ ਲੁੱਟੈ। ਇਹ ਪੰਜੇ ਦੇ ਪੰਜੇ ਵਕੈਰੀ ਬੈਰੀ, ਇਹ ਐਬ ਬੰਦੇ ਦੇ ਆਤਮਿਕ ਖਜ਼ਾਨੇ ਨੂੰ ਲੁੱਟਦੇ ਪਏ ਨੇ। ਜਿਹੜਾ ਆਤਮਿਕ ਜੀਵਨ ਹੈ, ਇੱਕ ਬਾਹਰੀ ਜੀਵਨ ਹੈ ਜੀ ਸਾਡਾ, ਉਹ ਅਸੀਂ ਸਾਰੇ ਬਤੀਤ ਕਰਦੇ ਹਾਂ। ਇੱਕ ਸਾਡਾ ਅੰਦਰੂਨੀ ਜੀਵਨ ਆਤਮਿਕ ਜੀਵਨ ਹੈ, ਜਿਹਦੇ ਵਿੱਚ ਸਜਣਾ ਸੱਤ, ਸੰਤੋਖ, ਦਇਆ, ਧਰਮ, ਧੀਰਜ, ਸਬਰ ਇਹ ਰੱਖਣੇ ਸੀ। ਮਾਲਕ ਨੇ ਕਿਹਾ ਨਹੀਂ, ਇਹਦੇ ਵਿੱਚ ਤਾਂ ਤੂੰ ਔਗਣ ਚੁੱਕੀ ਬੈਠਾ ਵਾਂ, ਕਾਰਨ ਤੂੰ ਲਵਰੇਜ ਹੋ ਚੁੱਕਿਆ ਪੰਜਾਂ ਵਿਕਾਰਾਂ ਦੇ ਵਿੱਚ। ਇਸ ਕਰਕੇ ਆਤਮਿਕ ਖਜ਼ਾਨਾ ਤੇਰਾ ਨਿਤ ਲੁੱਟਿਆ ਜਾ ਰਿਹਾ ਵਾ, ਨਿਤ ਲੁੱਟਿਆ ਜਾ ਰਿਹਾ। ਪਾਤਸ਼ਾਹ ਕਹਿੰਦੇ ਆ ਨਾ, ਮਾਰੇ ਲੁੱਟੈ ਨੀਤ ਨੀਤ, ਨਿਤ ਲੁੱਟ ਰਹੇ ਨੇ ਇਹ ਵੈਰੀ। ਕਾਮ, ਕ੍ਰੋਧ, ਕਾਇਆ ਕੋ ਗਾਲੈ, ਜਿਉਂ ਕੰਚਨ ਸੁਹਾਗਾ ਟਾਲੇ। ਇਹਨਾਂ ਵਿੱਚ ਇਨਸਾਨ ਲਵਰੇਜ ਹੈ, ਇਸ ਕਰਕੇ ਇਨਸਾਨ ਦੀ ਬੇਚੈਨੀ ਦਿਨ ਪ੍ਰਤੀ ਦਿਨ ਵੱਧਦੀ ਪਈ ਹੈ, ਇਹ ਘਟਦੀ ਨਹੀਂ ਪਈ। ਇਹ ਸ਼ੰਕਿਆਂ ਦੇ ਵਿੱਚ ਜੀਵਨ ਪਿਆ ਬਤੀਤ ਕਰਦਾ ਵਾ। ਪਾਪ ਇੱਕ ਕੀਤਾ ਪਰ ਸ਼ੰਕੇ ਅਨੇਕਾਂ ਖੜੇ ਹੋ ਗਏ ਮਨ 'ਚ। ਬੇਚੈਨੀ ਨਹੀਂ ਖਹਿੜਾ ਛੱਡਦੀ ਜੀ ਜੇ ਮਾੜਾ ਕੰਮ ਕਰ ਦਈਏ। ਬੰਦਾ ਕੋਈ ਬੰਦੇ ਨੂੰ ਮਾਰ ਕੇ ਆ ਜਾਵੇ, ਉਹ ਬੇਚੈਨ ਹੀ ਹੋਵੇਗਾ ਨਾ, ਡਿਪਰੈਸ਼ਨ 'ਚ ਹੀ ਜਾਵੇਗਾ ਨਾ। ਇਹ ਥੋੜ੍ਹੀ ਵੀ ਉਹ ਖੁੱਲ੍ਹੇ ਆਮ ਤੁਰਿਆ ਫਿਰੇਗਾ। ਬੰਦਾ ਮਾਰਨਾ ਸੌਖਾ ਨਹੀਂ ਹੈ, ਅਤੇ ਜੇ ਕੋਈ ਮਾਰ ਦੇਵੇ ਉਹ ਬੇਚੈਨ ਹੋ ਕੇ ਜੀਵਨ ਬਤੀਤ ਕਰੇਗਾ। ਇਹ ਵੀ ਕਹਿ ਦਿੱਤਾ ਜਾਂਦਾ, ਬੰਦੇ ਨੂੰ ਮਾਰ ਕੇ ਬੰਦਾ ਆਪ ਹੀ ਮਰ ਜਾਂਦਾ ਵਾ। ਕਿਸੇ ਦੂਜੇ ਦਾ ਕਤਲ ਕਰਕੇ ਇਨਸਾਨ ਖੁਦ ਵੀ ਕਦੇ ਜਿੰਦਾ ਨਹੀਂ ਰਹਿੰਦਾ, ਉਹ ਆਪਣੇ ਆਪ ਨੂੰ ਵੀ ਉਸੇ ਵਕਤ ਖਤਮ ਕਰ ਲੈਂਦਾ। ਕਾਰਨ ਉਹਨੂੰ ਹੁਣ ਡਰ ਹੈ, ਉਹਨੂੰ ਹੁਣ ਸਹਿਮ ਹੈ, ਉਹ ਬੇਚੈਨ ਰਹਿ ਰਿਹਾ ਕਿਤੇ ਮੈਂ ਫੜਿਆ ਨਾ ਜਾਵਾਂ। ਇਸੇ ਤਰ੍ਹਾਂ ਕੋਈ ਵੀ ਪਾਪ ਕਹਿ ਲਈਏ, ਕੋਈ ਵੀ ਮੰਦਾ ਕਰਮ ਕਹਿ ਲਈਏ, ਕੋਈ ਵੀ ਮਾੜਾ ਐਬ ਕਹਿ ਲਈਏ, ਦੁਨੀਆ ਦੇ ਲੋਕਾਂ ਤੋਂ ਬਚਾ ਸਕਦਾ, ਪਰ ਜਦੋਂ ਸਮਾਂ ਪੈਣ 'ਤੇ ਤੇਰਾ ਕੀਤਾ ਪਾਪ ਉਜਾਗਰ ਪ੍ਰਗਟ ਹੋਵੇਗਾ ਨਾ, ਉਸ ਦਿਨ ਸਜ਼ਾ ਤੈਨੂੰ ਪੱਕੀ ਮਿਲੇਗੀ। ਅਤੇ ਉਸ ਸਜ਼ਾ ਦੇ ਡਰ ਕਰਕੇ ਇਨਸਾਨ ਜਿਹੜਾ ਵਾ ਉਹ ਬੇਚੈਨ ਹੈ, ਡਿਪਰੈਸ਼ਨ ਵਿੱਚ ਹੈ, ਸ਼ੰਕਿਆਂ ਦੇ ਘਰ ਆਪਣੇ ਜੀਵਨ ਵਿੱਚ ਲਈ ਬੈਠਾ ਵਾ। ਸ਼ੰਕੇ ਹੀ ਸ਼ੰਕੇ ਨੇ, ਬੇਚੈਨੀਆਂ ਹੀ ਬੇਚੈਨੀਆਂ ਨੇ। ਕੋਈ ਜਿਹੜਾ ਆਪਣਾ ਫੇਸ ਸਿੱਟ ਕੇ ਜੇ ਤੁਰਿਆ ਫਿਰੇ ਨਾ, ਉਹਨੂੰ ਇਹ ਕਹਿ ਦਿੱਤਾ ਜਾਂਦਾ ਉਹ ਬੜਾ ਦੁਖੀ ਜਿਹਾ ਲੱਗਦਾ ਵਾ। ਕਾਰਨ ਕੀ ਹੁੰਦਾ? ਉਹ ਕਿਸੇ ਨਾ ਕਿਸੇ ਚੀਜ਼ ਕਰਕੇ ਨਾ ਆਪਣੇ ਆਪ ਦੇ ਅੰਦਰੋਂ ਅੰਦਰੀ ਉਹ ਝੁਰ ਰਿਹਾ ਹੁੰਦਾ, ਮਰ ਰਿਹਾ ਹੁੰਦਾ, ਕਹਿ ਲਈਏ ਆਤਮਿਕ ਜੀਵਨ ਤੋਂ ਡਿੱਗ ਚੁੱਕਿਆ ਹੁੰਦਾ। ਇਸ ਕਰਕੇ ਭਗਤ ਜੀ ਕਹਿ ਰਹੇ ਨੇ, ਕਿਵੇਂ ਸੁੱਟ ਸਕਦੇ ਨੇ ਇਹਨਾਂ ਦੇ ਜੀਵਨ ਜਿਹੜੇ ਬੇਚੈਨੀਆਂ ਨਾਲ ਭਰੇ ਨੇ। ਇਹਦਾ ਇੱਕੋ ਨੁਕਤਾ ਬੰਦੇ ਆ, ਕਰਮ ਸ਼ੁਭ ਕਰ, ਆਪਣੇ ਜੀਵਨ ਦੇ ਕਰਮ ਚੰਗੇ ਕਰ ਲੈ, ਤੂੰ ਇਹਨਾਂ ਬੇਚੈਨੀਆਂ ਤੋਂ ਦੂਰ ਹੋ ਸਕਦਾ ਵਾ। ਪਹਿਲੇ ਬੰਦ ਵਿੱਚ ਹੁਣ ਭਗਤ ਜੀ ਨੇ ਇੱਕ ਬਾ ਕਮਾਲ ਬਚਨ ਕਿਹਾ। ਭਗਤ ਜੀ ਕਹਿ ਰਹੇ ਨੇ, ਪੜ੍ਹੀਐ ਗੁਣੀਐ ਨਾਮ ਸਭ ਸੁਣੀਐ। ਬੰਦਾ ਪੜ੍ਹ ਵੀ ਰਿਹਾ ਵਾ, ਧਰਮ ਦੇ ਗ੍ਰੰਥਾਂ ਨੂੰ ਕਹਿ ਲਈਏ, ਆਤਮਿਕ ਜੀਵਨ ਨੂੰ ਉੱਚਾ ਚੁੱਕਣ ਵਾਲੇ ਅਤੇ ਜੀਵਨ ਨੂੰ ਸੁੱਚਾ ਬਣਾਉਣ ਵਾਲੇ ਉਹ ਵੇਦਾਂ ਨੂੰ, ਗ੍ਰੰਥਾਂ ਨੂੰ, ਸਿਮਰਤੀਆਂ ਨੂੰ, ਸ਼ਾਸਤਰਾਂ ਨੂੰ, ਉਹਨਾਂ ਦੇ ਪਾਠ ਨੂੰ, ਰੱਬੀ ਨਾਮ ਨੂੰ, ਰੱਬੀ ਹੁਕਮ ਦੇ ਬਾਰੇ ਪੜ੍ਹ ਬਹੁਤ ਕੁਝ ਰਿਹਾ ਵਾ, ਸੁਣ ਬਹੁਤ ਕੁਝ ਰਿਹਾ ਵਾ, ਔਰ ਵਿਚਾਰ ਵੀ ਬੜਾ ਰਿਹਾ ਵਾ। ਪੜ੍ਹੀਐ ਗੁਣੀਐ ਨਾਮ ਸਭ ਸੁਣੀਐ, ਪਰ
ਅਨਭਉ ਭਾਉ ਨਾ ਦਰਸੈ। ਅਨੁਭਵ ਜਿਹੜਾ ਵਾ ਉਹ ਜੀਵਨ 'ਚ ਨਹੀਂ ਹਜੇ ਹੋ ਰਿਹਾ। ਅਨੁਭਵ ਕੀ ਹੈ ਜੀ? ਕਿਸੇ ਚੀਜ਼ ਦੇ ਉੱਪਰ ਸਟੱਡੀ ਕਰਕੇ ਉਹਨੂੰ ਆਪਣੇ ਜੀਵਨ ਵਿੱਚ ਖੁਦ ਦੇ ਲਾਗੂ ਕਰ ਲੈਣਾ, ਉਹਨੂੰ ਅਨੁਭਵ ਕਿਹਾ ਜਾਂਦਾ। ਉਹਦੀ ਕਮਾਈ ਕਰ ਲੈਣੀ। ਸਾਹਿਬ ਨੇ ਕਿਹਾ ਭਾਉ ਨਾ ਦਰਸੈ। ਭਾਉ ਤੋਂ ਭਾਵ ਹੁੰਦਾ ਪ੍ਰੇਮ, ਦਰਸੈ ਤੋਂ ਭਾਵ ਪਰਮੇਸ਼ਰ ਦੇ ਦਰਸ਼ਨ। ਮਾਲਕ ਨੇ ਕਿਹਾ ਉਹਦੇ ਪ੍ਰਤੀ ਨਾ ਪ੍ਰੇਮ ਪੈਦਾ ਹੋਇਆ, ਨਾ ਉਹਦੇ ਦਰਸ਼ਨ ਹੋਏ। ਇਹ ਕੁਛ ਵੀ ਨਹੀਂ ਜੀਵਨ 'ਚ ਆਇਆ। ਅਨਭਉ ਪੜ੍ਹਦਾ ਬੜਾ ਕੁਝ ਪਿਆ ਅੱਜ ਦਾ ਇਨਸਾਨ। ਅੱਜ ਦੇ ਸਮੇਂ 'ਚ ਪੜ੍ਹਨਾ ਬੜਾ ਸੌਖਾ ਵਾ ਜੀ। ਇੱਕ ਉਹ ਸਮਾਂ ਹੁੰਦਾ ਸੀ ਜਦੋਂ ਇੱਕ ਪੁਸਤਕ ਲੱਭਣ ਦੇ ਲਈ ਕਈ ਸਮੇਂ ਲੰਘ ਜਾਂਦੇ ਸਨ। ਅੱਜ ਤਾਂ ਬਹੁਤ ਸੌਖਾ ਵਾ ਪੜ੍ਹਨਾ, ਬੜਾ ਸੌਖਾ ਵਾ। ਅੱਜ ਦੇ ਸਮੇਂ ਵਿੱਚ ਉਹ ਖਜ਼ਾਨਾ ਲੱਭਣਾ ਬੜਾ ਸੌਖਾ ਵਾ ਜਿਹੜਾ ਅੱਜ ਤੋਂ 30-40 ਸਾਲ ਪਹਿਲਾਂ ਨਹੀਂ ਸੀ ਲੱਭਿਆ। ਪਰ ਅੱਜ ਬਹੁਤ ਸੌਖਾ ਲੱਭ ਜਾਂਦਾ ਵਾ। ਪਰ ਇਨਸਾਨ ਪੜ੍ਹਦਾ ਫਿਰ ਵੀ ਨਹੀਂ ਹੈ। ਸਾਹਿਬ ਕਹਿ ਰਹੇ ਨੇ ਪੜ੍ਹ ਵੀ ਰਿਹਾ ਵਾ, ਵਿਚਾਰ ਵੀ ਕਰ ਰਿਹਾ ਵਾ ਤੇ ਸੁਣ ਵੀ ਰਿਹਾ ਵਾ, ਪਰ ਅਨਭਉ ਭਾਉ ਨਾ ਦਰਸੈ। ਅਨੁਭਵ ਤੋਂ ਬੜਾ ਦੂਰ ਹੈ, ਆਤਮਿਕ ਗਿਆਨ ਤੋਂ ਬੜਾ ਦੂਰ ਹੈ ਇਨਸਾਨ। ਪ੍ਰੇਮ ਉਹਦੇ ਨਾਲ ਨਹੀਂ ਪੈ ਰਿਹਾ। ਅਨਭਉ ਭਾਉ ਨਾ ਦਰਸੈ, ਜਿਹਨੂੰ ਸਾਹਿਬ ਨੇ ਐਵੇਂ ਵੀ ਕਿਹਾ। ਬਾਬਾ ਕਬੀਰ ਜੀ ਕਹਿੰਦੇ ਆ, ਕਾਹਦੇ ਲਈ ਬੰਦਿਆ ਪੜ੍ਹਦਾ ਪਿਆ ਵਾਂ, ਕਾਹਦੇ ਲਈ ਗਿਆਨ ਹਾਸਲ ਕਰਦਾ ਪਿਆ ਵਾਂ? ਤੇਰੇ ਜੀਵਨ 'ਚ ਸਹਿਜਤਾ ਹਜੇ ਤੱਕ ਆਇਆ ਹੀ ਨਹੀਂ, ਅਨੁਭਵਤਾ ਤੂੰ ਹਜੇ ਤੱਕ ਹਾਸਿਲ ਹੀ ਨਹੀਂ ਕੀਤਾ। ਉਹ ਤਾਂ ਹਜੇ ਤੱਕ ਨਹੀਂ ਆਇਆ। ਲਾਭ ਕੀ ਹੋਇਆ? ਕਿਆ ਪੜ੍ਹੀ ਹੈ, ਕਿਆ ਗੁਣੀ ਹੈ, ਕਿਆ ਵੇਦ ਪੁਰਾਨਾ ਸੁਣੀ ਹੈ। ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲੇ ਉਹ ਸੋਈ। ਇਸੇ ਨੂੰ ਇੱਥੇ ਬਾਬਾ ਰਵਿਦਾਸ ਜੀ ਕਹਿ ਰਹੇ ਨੇ, ਪੜ੍ਹੀ ਹੈ ਗੁਣੀ ਹੈ। ਇਨਸਾਨ ਪੜ੍ਹ ਰਿਹਾ ਵਾ, ਵਿਚਾਰ ਕਰ ਰਿਹਾ ਵਾ, ਨਾਮ ਸਭ ਸੁਣੀਏ, ਸੁਣਦਾ ਵੀ ਬੜਾ ਕੁਛ ਪਿਆ ਵਾ। ਧਾਰਮਿਕ ਗੱਲਾਂ ਨੂੰ, ਆਤਮਿਕ ਜੀਵਨ ਨੂੰ ਉੱਚਾ ਚੁੱਕਣ ਦੇ ਲਈ ਬੜਾ ਸੁਣ ਰਿਹਾ, ਪਰ ਅਨੁਭਵ ਨਹੀਂ ਹੋ ਰਿਹਾ। ਉਹ ਸੱਚੇ ਨਾਲ ਪ੍ਰੇਮ ਪੈਦਾ ਨਹੀਂ ਹੋ ਰਿਹਾ, ਉਹਦੇ ਦਰਸ਼ਨ ਨਹੀਂ ਹੋ ਰਹੇ। ਦੂਜੇ ਬੰਦ ਵਿੱਚ ਕਿਹਾ, ਲੋਹਾ ਕੰਚਨ ਹਿਰਨ ਹੋਏ ਕੈਸੇ, ਜਉ ਪਾਰ ਸਹਿ ਨਾ ਪਰਸੈ। ਜਦੋਂ ਪਾਰਸ ਦੇ ਨਾਲ ਲੋਹੇ ਨੂੰ, ਸੋਨੇ ਨੂੰ ਜਿਹੜਾ ਵਾ ਨਾ, ਉਹ ਨਾ ਲਾ ਦਿੱਤਾ ਜਾਵੇ, ਸੁਹਾਣਾ ਜਦੋਂ ਤੱਕ ਦਿੱਤਾ ਜਾਵੇ, ਉਹ ਹੀਰੇ ਦਾ ਜਾਂ ਉਹਦੀ ਕੁਆਲਿਟੀ ਜਿਹੜੀ ਹੈ ਉਹ ਵੱਧਦੀ ਨਹੀਂ ਉਦੋਂ ਤੱਕ। ਇਸੇ ਤਰ੍ਹਾਂ ਤੇਰਾ ਜੀਵਨ ਹੈ ਬੰਦਿਆ, ਜਦੋਂ ਤੱਕ ਤੂੰ ਪੜ੍ਹੇ ਹੋਏ ਨੂੰ ਜੀਵਨ 'ਚ ਅਪਣਾ ਕੇ ਕਮਾਉਂਦਾ ਨਹੀਂ ਹੈ, ਉਦੋਂ ਤੱਕ ਤੂੰ ਲੋਹੇ ਤੋਂ, ਆਮ ਤੋਂ ਖਾਸ ਨਹੀਂ ਬਣ ਸਕਦਾ, ਨਹੀਂ ਬਣ ਸਕਦਾ। ਜਦੋਂ ਤੱਕ ਸੁਹਾਏਗਾ ਨਹੀਂ, ਜਿਵੇਂ ਪਾਰਸ ਨੂੰ ਸੁਹਾ ਕੇ ਸੋਨੇ ਦੀ ਕੀਮਤ ਵੱਧਦੀ ਹੈ, ਉਹ ਹੀਰਿਆਂ ਦੇ ਬਰਾਬਰ ਹੋ ਜਾਂਦੀ ਹੈ। ਬੰਦਿਆ ਇਸੇ ਤਰ੍ਹਾਂ ਗੁਰੂ ਦੇ ਗਿਆਨ ਨੂੰ ਇਸ ਮਨ, ਇਸ ਮੱਤ ਦੇ ਪਰਤ ਦੇ ਉੱਪਰ ਰੱਖ ਲੈ, ਘਸਾ ਲੈ। ਮਾਲਕ ਨੇ ਕਿਹਾ, ਜਿਵੇਂ ਸਾਹਿਬ ਆਖਦੇ ਨੇ, ਕੱਚੋ ਕੰਚਨ ਭਇਓ ਸ਼ਬਦ ਗੁਰ ਸਭ ਨੇ ਸੁਣਿਓ। ਮਾਲਕ ਨੇ ਕਿਹਾ ਸੱਜਣਾ, ਕੱਚ ਤੋਂ ਸੋਨਾ ਬਣ ਜਾਏਗਾ ਜਦੋਂ ਸ਼ਬਦ ਗੁਰੂ ਨੂੰ ਸਰਵਣ ਕਰਕੇ ਕਮਾਏਗਾ ਜੀਵਨ 'ਚ। ਭਗਤ ਜੀ ਕਹਿ ਰਹੇ ਨੇ, ਦੋ ਉਦਾਹਰਨਾਂ ਦਿੱਤੀਆਂ। ਬੰਦਾ ਪੜ੍ਹ ਰਿਹਾ, ਵਿਚਾਰ ਕਰ ਰਿਹਾ, ਸੁਣ ਵੀ ਰਿਹਾ ਵਾ, ਪਰ ਅਨੁਭਵ ਨਹੀਂ ਹੋ ਰਿਹਾ, ਉਹਦੇ ਨਾਲ ਪ੍ਰੇਮ ਨਹੀਂ ਪੈ ਰਿਹਾ। ਹੁਣ ਦੂਜੀ ਉਦਾਹਰਨ ਇਹਦੇ ਨਾਲ ਹੀ ਰਲਦੀ ਮਿਲਦੀ ਇਹ ਦਿੱਤੀ ਹੈ ਵੀ ਜਿਵੇਂ ਹੀਰੇ, ਸੋਨਾ ਜਿਹੜਾ ਵਾ ਪਾਰਸ ਦੇ ਨਾਲ ਛੂਹ ਨਹੀਂ ਲਿਆ ਜਾਂਦਾ, ਉਹਦੀ ਕੀਮਤ ਨਹੀਂ ਵੱਧਦੀ। ਇਸੇ ਤਰ੍ਹਾਂ ਬੰਦਿਆ ਪੜ੍ਹੇ ਸੁਣੇ ਗਾਏ ਬੋਲ ਜਦੋਂ ਤੱਕ ਕਮਾਉਂਦਾ ਨਹੀਂ ਹੈ ਨਾ ਜੀਵਨ 'ਚ, ਤੇਰੀ ਕੀਮਤ ਵੀ ਵਧੇਗੀ ਨਹੀਂ, ਤੇਰਾ ਜੀਵਨ ਵੀ ਉੱਚਾ ਨਹੀਂ ਹੋਵੇਗਾ। ਤੂੰ ਗਲਤਾਨ ਰਹੇਗਾ ਭੈੜੀਆਂ ਇਨਾਮਤਾਂ ਦੇ ਵਿੱਚ, ਭੈੜਿਆਂ ਵਿਕਾਰਾਂ ਦੇ ਵਿੱਚ। ਸੋ ਅੱਗੇ ਸਾਹਿਬ ਨੇ ਜ਼ਿਕਰ ਕੀਤਾ, ਹਮ ਵੱਡ ਕਵ। ਇਨਸਾਨ ਨੂੰ ਨਾ ਇਹ ਚੀਜ਼ ਦਾ ਬੜਾ ਹੰਕਾਰ ਹੈ ਵੀ ਮੈਂ ਬੜਾ ਵੱਡਾ ਕਵੀ ਹਾਂ, ਮੈਂ ਬਹੁਤ ਸੋਹਣੀ ਕਵਿਤਾ ਰਚ ਲੈਂਦਾ ਵਾਂ, ਬਹੁਤ ਸੋਹਣੀ ਕਵਿਤਾ ਲਿਖ ਲੈਂਦਾ ਵਾਂ। ਬੜੇ ਆਏ ਸਨ ਕਾਨੇ ਵਰਗੇ, ਪਿੱਲੂ ਵਰਗੇ, ਬੜੇ ਆਏ ਸੀ ਜੀ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦੇ ਪਾਸ ਆਪਣੀਆਂ ਕਵਿਤਾਵਾਂ। ਉਹ ਕਹਿ ਰਹੇ ਨੇ ਸਾਡੀ ਬਾਣੀ ਹੈ, ਉਹ ਆਪਣੇ ਸ਼ਬਦ ਲੈ ਕੇ ਆਏ ਗੁਰੂ ਅਰਜਨ ਸਾਹਿਬ ਪਾਤਸ਼ਾਹ ਦੇ ਪਾਸ। ਮਨ 'ਚ ਹੰਕਾਰ ਹੈ, ਉਹ ਆਪਣੀ ਖੁਦ ਦੀ ਉਸਤਤ ਕਰ ਰਹੇ ਨੇ, ਪਰ ਪਰਮੇਸ਼ਰ ਦੀ ਉਸਤਤ ਨਹੀਂ ਹੈ ਉਹਦੇ ਵਿੱਚ। ਸਾਹਿਬ ਨੇ ਕਿਹਾ ਤੁਹਾਡੀ ਇਹ ਰਚਨਾ ਇੱਥੇ ਪ੍ਰਵਾਨ ਨਹੀਂ ਹੋਣੀ, ਇਹਦੇ ਵਿੱਚ ਖੁਦ ਦੀ ਉਸਤਤ ਹੈ, ਇਹਦੇ ਵਿੱਚ ਖੁਦਾ ਦੀ ਉਸਤਤ ਨਹੀਂ ਹੈ।
ਇਸ ਕਰਕੇ ਇਹ ਪ੍ਰਵਾਨ ਨਹੀਂ ਹੋਣੀ। ਹੰਕਾਰੀ ਸਨ, ਬੜਾ ਹੰਕਾਰ ਸੀ। ਤੇ ਬੜੇ ਐਸੇ ਕਵੀ ਜਿਹੜੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਦਰਬਾਰੀ ਕਵੀ ਨੇ, ਤੇ ਬੜੇ ਐਸੇ ਉਹ ਕਵੀ ਵੀ ਜਿਹੜੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਪਾਸ ਆਪਣੀਆਂ ਕਵਿਤਾਵਾਂ ਲੈ ਕੇ ਆਉਂਦੇ ਨੇ, ਤੇ ਹੰਕਾਰ ਦੀਆਂ ਪੰਡਾਂ ਵੀ ਸਿਰ ਤੇ ਚੁੱਕੀ ਲਈ ਆਉਂਦੇ ਆ। ਤੇ ਆਪਣੀ ਕਵਿਤਾ ਨੂੰ ਜਦੋਂ ਪੜ੍ਹਦੇ ਆ, ਬੜੇ ਹੰਕਾਰ 'ਚ ਪੜ੍ਹਦੇ ਨੇ। ਤੇ ਸਾਹਿਬ ਨੇ ਕਿਹਾ, ਸੱਜਣੋ, ਤੁਹਾਡੀ ਨਹੀਂ ਪ੍ਰਵਾਨ ਹੋਣੀ। ਇਹ ਹਉਮੈ ਹੰਕਾਰ ਵਿੱਚੋਂ ਨਿਕਲੇ ਹੋਏ ਸ਼ਬਦ ਨੇ। ਇਹ ਸੱਚੇ ਉਸ ਪਰਮੇਸ਼ਰ ਦੀ ਵਡਿਆਈ ਉਸਤਤ ਵਿੱਚ ਜਾਂ ਉਹਦੀਆਂ ਸਿਫਤ ਸਲਾਹਾਂ ਵਿੱਚ ਲਿਖੇ ਹੋਏ ਨਹੀਂ ਆ। ਅਸੀਂ ਨਹੀਂ ਪ੍ਰਵਾਨ ਕਰਾਂਗੇ। ਐਸੇ ਕਵੀ ਭਾਉਂਦੇ ਨੇ, ਜਿਵੇਂ ਸਾਹਿਬ ਆਖਦੇ, ਨਾ ਮੋਕੋ ਨਾ ਭਾਵੈ, ਇਹ ਨਹੀਂ ਪਾਉਂਦੇ। ਸਾਹਿਬ ਨੇ ਕਿਹਾ, ਪਰ ਇੱਥੇ ਪਾਤਸ਼ਾਹ ਕਹਿ ਰਹੇ ਨੇ, ਕਈ ਐਸੇ ਨੇ, ਬਾਬਾ ਰਵਿਦਾਸ ਜੀ ਕਹਿ ਰਹੇ ਨੇ, ਇਹ ਕਹਿ ਰਹੇ ਨੇ, ਹਮ ਵੱਡ ਕਵ, ਅਸੀਂ ਵੱਡੇ ਕਵੀ ਹਾਂ, ਕਵਿਤਾਵਾਂ ਲਿਖਣ ਵਾਲੇ ਹਾਂ। ਇਹ ਹੰਕਾਰ ਹੈ ਜੀ ਕਵਿਤਾ ਲਿਖਣ ਵਾਲੇ ਇਨਸਾਨ ਨੂੰ, ਵੀ ਮੇਰੇ ਵਰਗੀ ਕਵਿਤਾ ਤਾਂ ਕੋਈ ਲਿਖ ਹੀ ਨਹੀਂ ਸਕਦਾ। ਪਰ ਜਦੋਂ ਸਾਹਿਬ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਰਬਾਰ 'ਤੇ ਇੱਕ ਕਵੀ ਪਹੁੰਚਦਾ ਵਾ, ਕੱਪੜੇ ਜਿਹੜੇ ਵਸਤਰ ਪਹਿਨੇ ਨੇ ਉਹ ਵੀ ਪਾਟੇ ਹੋਏ ਪਹਿਨੇ ਹੋਏ ਨੇ, ਤੇ ਕਹਿੰਦਾ ਵਾ, ਮੈਂ ਆਪਣੀ ਕਵਿਤਾ ਗੁਰੂ ਗੋਬਿੰਦ ਸਿੰਘ ਦੇ ਦਰਬਾਰ ਵਿੱਚ ਸੁਣਾਉਣੀ ਹੈ। ਤੇ ਬੜੇ ਹੱਸਦੇ ਵੀ ਨੇ ਉਹਨੂੰ ਦੇਖ ਕੇ, ਤੇ ਬੜੇ ਕਹਿੰਦੇ ਨੇ, ਜਾ ਤੂੰ ਕਿੱਥੋਂ ਆ ਗਿਆ, ਚਲਿਆ ਜਾ, ਇੱਥੇ ਨਹੀਂ ਤੇਰੀ ਕਵਿਤਾ ਸੁਣੀ ਜਾਵੇਗੀ। ਪਰ ਉਹ ਕਵੀ ਜਿਹੜਾ ਪਾਟੇ ਹੋਏ ਵਸਤਰ ਪਹਿਨ ਕੇ ਪਹੁੰਚਿਆ, ਜਦੋਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੂੰ ਆਪਣੀ ਕਵਿਤਾ ਸੁਣਾਉਂਦਾ ਵਾ ਨਾ, ਉਹਨੇ ਜਦੋਂ ਕਵਿਤਾ ਸੁਣਾਈ ਆਪਣੀ, ਸਾਹਿਬ ਨੇ ਜਿਹੜਾ ਨਾ ਖਜ਼ਾਨਚੀ ਨੂੰ ਆਵਾਜ਼ ਮਾਰ ਕੇ ਕਿਹਾ, ਜਿੰਨੀਆਂ ਵੀ ਮੋਹਰਾਂ ਪਈਆਂ ਨੇ ਨਾ, ਸਾਰੀਆਂ ਹੀ ਚੁੱਕ ਲਿਆ, ਸਾਰੀਆਂ ਹੀ। ਤੇ ਉਹਨੂੰ ਦੇ ਕੇ ਭੇਜੀਆਂ ਜੀ, ਉਹਨੂੰ ਦੇ ਕੇ ਭੇਜੀਆਂ, ਉਹਨੂੰ ਦਿੱਤੀਆਂ। ਉਹਨੇ ਕਿਹਾ, ਪਾਤਸ਼ਾਹ ਨਹੀਂ, ਇੰਨੀਆਂ ਨਹੀਂ ਚਾਹੀਦੀਆਂ, ਘੱਟ ਕਰ ਦਿਓ, ਬਸ ਮੇਰਾ ਗੁਜ਼ਾਰਾ ਚੱਲ ਜਾਵੇ, ਮੈਨੂੰ ਹੋਰ ਕੀ ਚਾਹੀਦਾ ਵਾ। ਤੇ ਸੱਚ ਹੈ, ਗਰੀਬ ਇਨਸਾਨ ਇਹੋ ਚਾਹੁੰਦਾ ਵਾ ਵੀ ਬਸ ਮੇਰਾ ਗੁਜ਼ਾਰਾ ਚੱਲ ਜਾਵੇ, ਮੈਂ ਵੱਡੇ ਵੱਡੇ ਮਹਿਲਾਂ ਤੋਂ ਕੀ ਲੈਣਾ ਵਾ। ਤੇ ਉਹ ਕਹਿੰਦਾ ਵਾ ਜੀ, ਪਾਤਸ਼ਾਹ ਨੇ ਨਾ ਮੋਹਰਾਂ ਦੇ ਕੇ ਭੇਜਿਆ, ਸਵਾਰੀ ਦੇ ਕੇ ਭੇਜਿਆ, ਹਾਥੀ ਦੇ ਉੱਪਰ ਸਵਾਰ ਕਰਕੇ ਉਹਨੂੰ ਉਹਦੇ ਨਗਰ ਵਾਪਸ ਭੇਜਿਆ। ਜਿਹੜੇ ਲੋਕ ਮਜ਼ਾਕ ਉਡਾਉਂਦੇ ਸੀ ਨਾ, ਉਹੀ ਉਹਦੇ ਵੱਲ ਦੇਖਦੇ ਨੇ, ਤੱਕਦੇ ਨੇ ਵੀ ਇਹ ਦਿਨਾਂ ਦੇ ਵਿੱਚ ਹੀ ਕਿੱਥੋਂ ਤੋਂ ਕਿੱਥੇ ਪਹੁੰਚ ਗਿਆ। ਕਹਿਣ ਤੋਂ ਭਾਵ ਇੱਥੇ ਉਹ ਪਰਿਵਾਰ ਨੇ ਜਿਹੜੇ ਮਨ ਦੀ ਨਿਮਰਤਾ ਲੈ ਕੇ ਆਉਂਦੇ ਨੇ, ਇੱਥੇ ਉਹ ਪਰਿਵਾਰ ਨਹੀਂ ਜਿਹੜੇ ਹੰਕਾਰ ਲੈ ਕੇ ਆਉਂਦੇ ਨੇ। ਕੋਈ ਸਮਾਂ ਸੀ, ਸੱਤਾ ਔਰ ਬਲਵੰਡ ਜੀ ਹੰਕਾਰ ਕਰਕੇ ਗੁਰੂ ਦੇ ਦਰ ਤੋਂ ਵੱਖਰੇ ਹੋ ਕੇ ਚਲੇ ਗਏ, ਦੂਰ ਚਲੇ ਗਏ। ਪਰ ਉਹ ਮੁੜੇ ਆਏ ਜੀ ਵਾਪਸ, ਮੁੜ ਕੇ ਵਾਪਸ ਆਏ, ਕਿਉਂਕਿ ਇਸ ਦਰ ਤੋਂ ਬਗੈਰ ਗੁਜ਼ਾਰਾ ਕਦੇ ਨਹੀਂ ਜੀ ਹੋ ਸਕਦਾ। ਜਿੱਥੇ ਮਰਜ਼ੀ ਘੁੰਮਾ, ਪਰ ਇਸ ਦਰ ਤੋਂ ਬਗੈਰ ਬੰਦਿਆ ਗੁਜ਼ਾਰਾ ਨਹੀਂ ਜੀ ਹੋਣਾ। ਸੋ ਖੈਰ, ਭਗਤ ਜੀ ਕਹਿ ਰਹੇ ਨੇ, ਕਈ ਇਹ ਚੀਜ਼ ਦਾ ਹੰਕਾਰ ਚੱਕੀ ਫਿਰਦੇ ਨੇ। ਹਮ ਵੱਡ ਕਵ ਕੁਲੀਨ, ਅਸੀਂ ਵੱਡੇ ਕਵੀ ਹਾਂ। ਕੁਲੀਨ ਤੋਂ ਭਾਵ ਉੱਚੀ ਕੁੱਲ ਵਾਲੇ ਹਾਂ। ਇਹ ਹੰਕਾਰ ਹੈ ਬੰਦਿਆਂ ਨੂੰ, ਕਈਆਂ ਨੂੰ, ਵੀ ਮੈਂ ਉੱਚੀ ਜਾਤ ਦਾ, ਉੱਚੀ ਕੁੱਲ ਦਾ ਵਾਂ। ਇਹ ਵੀ ਹੰਕਾਰ ਚੁੱਕੀ ਫਿਰਦੇ ਆ। ਇੱਥੇ ਕਹਿ ਰਹੇ ਨੇ, ਹਮ ਵੱਡ ਕਵ ਕੁਲੀਨ ਹਮ ਪੰਡਿਤ। ਹਮ ਪੰਡਿਤ, ਇੱਥੇ ਪੰਡਿਤ ਸ਼ਬਦ ਵਿਦਵਾਨ ਦੇ ਲਈ ਵੀ ਆਇਆ ਵਾ, ਪੂਜਾ ਕਰਨ ਵਾਲੇ ਦੇ ਲਈ ਵੀ ਆਇਆ। ਇੱਥੇ ਵਿਦਵਾਨ ਦੇ ਲਈ ਬਹੁਤੇ ਅਰਥ ਢੁਕਦੇ ਆ। ਪਾਤਸ਼ਾਹ ਕਹਿ ਰਹੇ ਨੇ ਭਗਤ ਰਵਿਦਾਸ ਜੀ, ਹਮ ਵੱਡ ਕਵ ਕੁਲੀਨ ਹਮ ਪੰਡਿਤ ਹਮ ਜੋਗੀ, ਅਸੀਂ ਵੱਡੇ ਜੋਗੀ ਹਾਂ। ਜੋਗੀਆਂ ਨੂੰ ਵੀ ਹੰਕਾਰ ਸੀ ਕਿਸੇ ਸਮੇਂ, ਵੀ ਸਾਡੇ ਵਰਗਾ ਤਾਂ ਜੋਗੀ ਕੋਈ ਨਹੀਂ ਹੈ। ਤੇ ਗੁਰੂ ਨਾਨਕ ਸਾਹਿਬ ਨੇ ਕਿਹਾ, ਬੰਦਿਆ ਤੈਨੂੰ ਤਾਂ ਜੁੜਨ ਦੀ ਵਿਧੀ ਨਹੀਂ ਪਤਾ, ਤੈਨੂੰ ਤਾਂ ਜੁੜਨਾ ਹੀ ਨਹੀਂ ਆਉਂਦਾ ਪਰਮੇਸ਼ਰ ਨਾਲ। ਤੂੰ ਕਹਿ ਰਿਹਾ ਜੋਗੀ ਹੈ, ਜੋਗੀ ਜੁਗਤ ਨਾ ਜਾਣੇ ਅੰਧ, ਜੁਗਤ ਭਾਵ ਜੁਗਤੀ, ਜੁੜਨ ਦੀ ਵਿਧੀ ਵੀ ਨਹੀਂ ਪਤਾ ਉਹਨਾਂ ਨੂੰ। ਮਾਲਕ ਨੇ ਕਿਹਾ, ਹੰਕਾਰ ਚੁੱਕੀ ਫਿਰਦਾ, ਮੈਂ ਜੋਗੀ ਹਾਂ। ਤੇ ਸਾਹਿਬ ਨੇ ਕਿਹਾ, ਗੱਲੀ ਜੋਗ ਨਾ ਹੋਈ, ਗੱਲਾਂ ਦੇ ਨਾਲ ਜੁੜਿਆ ਨਹੀਂ ਜਾ ਸਕਦਾ ਬੰਦਿਆ। ਏਕ ਦ੍ਰਿਸ਼ਟ ਕਰ ਸੰਸਰ ਜਾਣੈ, ਜੋਗੀ ਕਹੀਏ ਸੋਈ। ਉਹ ਜੋਗੀ ਆ ਜਿਹੜਾ ਕੁੱਲ ਕਾਇਨਾਤ ਨੂੰ ਇੱਕ ਦ੍ਰਿਸ਼ਟੀ, ਇੱਕ ਨਿਗਾਹ ਨਾਲ ਦੇਖਦਾ, ਸਭਨਾਂ ਨੂੰ ਆਪਣੇ ਸਾਥੀ ਸਮਝਦਾ। ਭਗਤ ਜੀ ਕਹਿ ਰਹੇ ਨੇ, ਇੱਥੇ ਕਈ ਜਿਹੜੇ ਨੇ ਆਪਣੀ ਕਵਿਤਾ ਦਾ ਹੰਕਾਰ ਕਰਨ ਵਾਲੇ ਕਵੀ ਨੇ, ਕਈ ਆਪਣੀ ਉੱਚੀ ਕੁੱਲ ਦਾ ਹੰਕਾਰ ਕਰਨ ਵਾਲੇ ਨੇ, ਤੇ ਕਈ ਇੱਥੇ ਆਪਣੀ ਵਿਦਵਤਾ ਦਾ ਹੰਕਾਰ ਕਰਨ ਵਾਲੇ ਵੀ ਨੇ। 4 ਕੁ ਕਿਤਾਬਾਂ ਪੜ੍ਹ ਕੇ ਕਹਿੰਦੇ ਸਾਡੇ ਵਰਗਾ ਗਿਆਨਵਾਨ ਕੋਈ ਨਹੀਂ ਹੈ। ਜਾਂ ਇਹ ਕਹਿ ਲਈਏ, ਅਗਲਾ ਕਹਿੰਦਾ ਵੀ ਸਾਨੂੰ ਹੀ ਧਰਮ ਦੇ ਜਿਹੜੇ
ਉੱਤਮ ਫੈਸਲੇ ਨੇ ਨਾ, ਉਹਨਾਂ ਬਾਰੇ ਸਾਨੂੰ ਹੀ ਪਤਾ ਵਾ, ਹੋਰ ਕਿਸੇ ਨੂੰ ਨਹੀਂ ਪਤਾ। ਹਮ ਪੰਡਿਤ, ਸਾਡੇ ਵਰਗਾ ਵਿਦਵਾਨ ਕੋਈ ਨਹੀਂ। ਤੇ ਪੰਡਿਤ ਸ਼ਬਦ ਵਿਦਵਾਨ ਲਈ ਵਰਤਿਆ। ਜੋਗੀ, ਜੋਗੀ ਦੇ ਲਈ। ਸੰਨਿਆਸੀ, ਸਾਡੇ ਵਰਗਾ ਸੰਨਿਆਸੀ ਕੋਈ ਨਹੀਂ। ਸੰਨਿਆਸ ਧਾਰਨ ਕੀਤਾ ਵੀ ਹੰਕਾਰ ਹੈ ਇੱਕ। ਫਿਰ ਕਿਹਾ ਗਿਆਨੀ ਗੁਣੀ, ਬੜੇ ਨੇ ਇੱਥੇ ਗਿਆਨੀ, ਆਪਣੇ ਆਪ ਨੂੰ ਕਹਿਲਾਉਣ ਵਾਲੇ, ਗੁਣਾਂ ਵਾਲੇ ਕਹਿ ਰਹੇ ਨੇ। ਸੂਰ, ਬੜੇ ਨੇ ਇੱਥੇ ਆਪਣੇ ਆਪ ਨੇ ਸੂਰਮੇ ਕਹਾਉਣ ਵਾਲੇ। ਹਮ ਦਾਤੇ, ਕਈ ਇਹ ਵੀ ਨੇ ਕਹਿੰਦੇ ਅਸੀਂ ਦਾਤਾਂ ਦੇਣ ਵਾਲੇ ਦਾਤੇ ਹਾਂ। ਹਮ ਦਾਤੇ, ਇਹ ਬੁੱਧ ਕਵ ਹੈ ਨਾ ਨਾਸੀ, ਇਹ ਹੰਕਾਰ, ਇਹ ਵਿਚਾਰ ਬੁੱਧੀ ਦੇ ਵਿੱਚੋਂ ਕਦੇ ਦੂਰ ਹੀ ਨਹੀਂ ਜੇ ਹੁੰਦੇ ਬੰਦੇ ਦੇ। ਹੰਕਾਰ ਚੁੱਕੀ ਤੁਰਿਆ ਫਿਰਦਾ। ਅਖੀਰ ਵਿੱਚ ਭਗਤ ਜੀ ਨੇ ਕਹਿ ਦਿੱਤਾ ਜੀ, ਕਹੂ ਰਵਿਦਾਸ ਸਭੈ ਨਹੀਂ ਸਮਝਸ। ਇੱਥੇ ਸਾਰੇ ਦੇ ਸਾਰੇ ਭੁੱਲੇ ਫਿਰਦੇ ਆ, ਕੋਈ ਸਮਝ ਕੇ ਜੀਵਨ ਨੂੰ ਬਤੀਤ ਨਹੀਂ ਕਰਦਾ। ਭੂਲ ਭਰੀ ਜੈਸੀ ਬੌਰੇ, ਜਿਵੇਂ ਬੌਰਾ ਇਨਸਾਨ ਤੁਰਿਆ ਫਿਰਦਾ, ਐਵੇਂ ਇਹ ਲੋਕ ਤੁਰੇ ਫਿਰਦੇ ਨੇ, ਭੁੱਲੇ ਫਿਰਦੇ ਨੇ, ਭਟਕੇ ਫਿਰਦੇ ਨੇ। ਫਿਰ ਕਿਹਾ ਮੋਹੇ ਅਨਾਥ, ਹੈ ਪਾਤਸ਼ਾਹ, ਇਹ ਪਰਮੇਸ਼ਰ ਜੀ, ਮੈਂ ਅਨਾਥ ਹਾਂ। ਭਗਤ ਰਵਿਦਾਸ ਜੀ ਕਹਿ ਰਹੇ ਆ, ਮੋਹੇ ਅਨਾਥ ਮੋਹੇ ਆਧਾਰ। ਇਹ ਕਿਹਾ ਵੀ ਮੈਨੂੰ ਆਧਾਰ ਹੈ ਕਿਸ ਚੀਜ਼ ਦਾ, ਮੇਰਾ ਆਸਰਾ ਕੀ ਹੈ। ਮੋਹੇ ਆਧਾਰ ਨਾਮ ਨਾਰਾਇਣ, ਮੈਨੂੰ ਉਸ ਨਾਰਾਇਣ ਪਰਮੇਸ਼ਰ ਦੇ ਨਾਮ ਦਾ ਆਧਾਰ ਹੈ, ਆਸਰਾ ਉਹਦਾ, ਉਹਦੇ ਨਾਮ ਦਾ ਵਾ, ਉਹ ਪਰਮੇਸ਼ਰ ਦਾ ਆਸਰਾ। ਮੋਹੇ ਆਧਾਰ ਨਾਮ ਨਾਰਾਇਣ, ਜਿਹਨੂੰ ਐਵੇਂ ਵੀ ਕਿਹਾ, ਜਿਵੇਂ ਕਹਿੰਦੇ ਆ ਨਾ, ਅਜਾਮਲ ਪਾਪੀ ਜਗ ਜਾਣੈ, ਨਿਮਖ ਮਾਹੀ ਨਿਸਤਾਰਾ। ਉਹ ਪਾਪੀ ਨਾਰਾਇਣ, ਨਾਰਾਇਣ ਚੇਤੇ ਕਰਨ ਲੱਗਿਆ, ਉਹਦਾ ਇੱਕ ਛਿਨ ਵਿੱਚ ਆਧਾਰ ਹੋ ਗਿਆ। ਬੇਸ਼ਵਾ ਨੂੰ ਲੋਕ ਭੈੜੀ ਇਸਤਰੀ ਕਹਿੰਦੇ ਸੀ, ਪਰ ਜਦੋਂ ਉਹ ਰੱਬ ਦਾ ਸਿਮਰਨ ਕਰਨ ਲੱਗੀ, ਉਹਦੇ ਦਰ 'ਤੇ ਪ੍ਰਵਾਨ ਹੋ ਗਈ। ਗਨਕਾ ਪਾਪਨ, ਲੋਕ ਉਹਨੂੰ ਪਾਪਨ ਕਹਿੰਦੇ ਸੀ, ਪਰ ਜਦੋਂ ਉਹ ਨਾਮ ਜਪਣ ਵਾਲੀ ਬਣੀ, ਉਹ ਇਸ ਨਾਨਕ ਦੇ ਘਰ ਪ੍ਰਵਾਨ ਹੋ ਗਈ। ਭਗਤ ਜੀ ਕਹਿ ਰਹੇ ਨੇ, ਮੋਹੇ ਆਧਾਰ ਨਾਮ ਨਾਰਾਇਣ, ਮੈਨੂੰ ਸੱਚੇ ਪਰਮੇਸ਼ਰ ਨਾਰਾਇਣ ਦੇ ਨਾਮ ਦਾ ਆਧਾਰ ਹੈ। ਜੀਵਤ ਪ੍ਰਾਨ ਧਨ ਮੋਰੇ, ਮੇਰੇ ਜੀਵਨ ਦੇ ਵਿੱਚ ਜਿਹੜਾ ਪ੍ਰਾਨਾਂ ਨੂੰ ਸਹਾਰਾ ਵਾ, ਤੇਰੇ ਨਾਮ ਰੂਪੀ ਧਨ ਦਾ ਹੀ ਸਹਾਰਾ ਵਾ। ਮੈਨੂੰ ਇਹ ਦਾਤ ਬਖਸ਼। ਮੈਂ ਨਹੀਂ ਚਾਹੁੰਦਾ ਮੇਰੇ ਜੀਵਨ 'ਚ ਹੰਕਾਰ ਹੋਵੇ, ਮੈਂ ਨਹੀਂ ਚਾਹੁੰਦਾ ਮੈਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਵਿੱਚ ਲਵਰੇਜ਼ ਹੋਇਆ ਰਵਾਂ। ਮੈਂ ਨਹੀਂ ਚਾਹੁੰਦਾ ਮੈਂ ਇਹਨਾਂ ਵਿੱਚ ਡੁੱਬ ਕੇ ਜੀਵਨ ਜਿਹੜਾ ਅਸਫਲ ਹੀ ਅਜਾਈ ਹੀ ਸੰਸਾਰ ਤੋਂ ਬਤੀਤ ਕਰਕੇ ਜਾਵਾਂ। ਮੇਰੇ 'ਤੇ ਰਹਿਮਤ ਕਰ ਐ ਪਰਮੇਸ਼ਰ, ਮੈਨੂੰ ਤੇਰੇ ਨਾਮ ਦਾ ਆਧਾਰ ਹੈ, ਔਰ ਮੇਰੇ ਪ੍ਰਾਨਾਂ ਦਾ ਆਧਾਰ ਵੀ ਤੇਰਾ ਨਾਮ ਹੀ ਹੈ। ਇਹਦੇ ਤੋਂ ਮੈਨੂੰ ਸੱਖਣਾ, ਇਹਦੇ ਤੋਂ ਮੈਨੂੰ ਵਾਂਝਿਆ ਨਾ ਕਰੀ, ਮੈਨੂੰ ਤੇਰਾ ਨਾਮ ਨਾ ਭੁੱਲੇ, ਐਸੀ ਮੇਰੇ 'ਤੇ ਕਿਰਪਾ ਕਰੋ। ਭਗਤ ਰਵਿਦਾਸ ਜੀ ਕਹਿ ਰਹੇ ਨੇ। ਕਹਿਣ ਤੋਂ ਭਾਵ ਇਹ ਰੱਬੀ ਸ਼ਬਦ ਵਿੱਚ ਭਗਤ ਜੀ ਅੱਜ ਦੇ ਮੁਬਾਰਕ ਸ਼ਬਦ ਵੀ ਸਾਨੂੰ ਸਮਝਾ ਰਹੇ ਨੇ, ਬੰਦਿਆ ਸ਼ੰਕੇ ਉਦੋਂ ਤੱਕ ਰਹਿਣਗੇ ਜਦੋਂ ਤੱਕ ਗੁਰੂ ਤੋਂ ਬਾਗੀ ਹੋ ਕੇ ਹੰਕਾਰ ਆਪਣੀ ਕੁੱਲ ਜਾਤ ਆਪਣੇ ਗਿਆਨ ਦਾ ਕਰਕੇ ਤੁਰਿਆ ਫਿਰੇਗਾ। ਉਦੋਂ ਤੱਕ ਸ਼ੰਕਿਆਂ ਦੇ ਨਾਲ, ਬੇਚੈਨੀ ਦੇ ਨਾਲ, ਡਿਪਰੈਸ਼ਨ ਦੇ ਨਾਲ ਭਰਿਆ ਰਹੇਗਾ। ਜਦੋਂ ਗੁਰੂ ਨਾਲ ਜੁੜ ਕੇ ਪਰਮੇਸ਼ਰ ਦੇ ਨਾਮ ਔਰ ਉਹਦੀ ਇਬਾਦਤ ਨਾਲ ਜੁੜੇਗਾ ਨਾ, ਤੂੰ ਬੇਚੈਨੀ ਤੋਂ ਦੂਰ ਹੋਏਗਾ। ਤੇਰੇ ਜੀਵਨ 'ਚ ਉਹ ਆਨੰਦ ਹੋਵੇਗਾ ਜਿਹੜਾ ਆਨੰਦ ਬਾਬਾ ਬੋਤਾ ਸਿੰਘ, ਬਾਬਾ ਗਰਜਾ ਸਿੰਘ ਜੀ ਦੇ ਜੀਵਨ ਦੇ ਵਿੱਚ ਤੇਰੇ ਜੀਵਨ 'ਚ ਉਹ ਆਨੰਦ ਆਵੇਗਾ, ਅਤੇ ਉਹ ਆਨੰਦ ਕੋਈ ਖੋ ਨਹੀਂ ਸਕਦਾ। ਗੁਰੂ ਕਿਰਪਾ ਕਰੇ ਐਸਾ ਆਨੰਦ ਸਾਡੇ ਜੀਵਨ 'ਚ ਆ ਜਾਵੇ, ਤਾਈਓ ਸਾਡਾ ਜੀਵਨ ਸੁਖੀ ਸੁਹੇਲਾ ਔਰ ਆਨੰਦਮਈ ਹੋ ਸਕਦਾ। ਸਾਡੇ ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ ਹੋ ਸਕਦੇ ਆ। ਗੁਰੂ ਕਿਰਪਾ ਕਰੀ ਰੱਬੀ ਬਚਨ ਵਿਚਾਰਦਿਆਂ ਹੋਈਆਂ ਬੇਨ ਭੁੱਲਾਂ ਦੀ ਮਾਫੀ ਖੀਰ ਬਖਸ਼ੋ ਅਸੀਸ। ਬੁਲਾਓ ਫਤਿਹ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।